ਹੈਲੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਵਿਸ਼ੇਸ਼ ਪ੍ਰਸਾਰਣ ਵਿੱਚ। ਪਿਆਰੇ ਵਿਦਿਆਰਥੀਓ, ਪਲੱਸ 2 ਪੋਲੀਟੀਕਲ ਸਾਇੰਸ ਵਿਸ਼ੇ ਲਈ ਮੈਂ ਇੱਕ ਚੈਪਟਰ ਤਿਆਰ ਕੀਤਾ ਹੈ। ਚੈਪਟਰ ਦਾ ਨਾਮ ਹੈ ਵੋਟਿੰਗ ਬਿਹੇਵੀਅਰ। ਪਲੱਸ 2 ਪੋਲੀਟੀਕਲ ਸਾਇੰਸ ਭਾਗ B ਦਾ ਚੈਪਟਰ ਹੈ, ਚੋਣਾਂ ਨਾਲ ਸੰਬੰਧਿਤ ਚੈਪਟਰ ਹੈ। ਉਹਦੇ ਵਿੱਚ ਇਹ ਟੌਪਿਕ ਹੈਗਾ ਵੋਟਿੰਗ ਬਿਹੇਵੀਅਰ। ਆਪਾਂ ਇਸ ਟੌਪਿਕ ਤੇ ਗੱਲ ਕਰਨੀ, ਨੂੰ ਪੰਜਾਬੀ ਚ ਆਪਾਂ ਮਤਦਾਨ ਵਿਵਹਾਰ ਕਹਿੰਦੇ ਆ। ਮੇਰੀ ਇਸ ਵੀਡੀਓ ਦੌਰਾਨ ਕੋਸ਼ਿਸ਼ ਹੋਏਗੀ ਕਿ ਤੁਹਾਨੂੰ ਇਸ ਕਨਸੈਪਟ ਬਾਰੇ ਪੂਰੀ ਜਾਣਕਾਰੀ ਮਿਲ ਜਾਏ। ਸਧਾਰਨ ਸ਼ਬਦਾਂ 'ਚ ਮਤਦਾਨ ਵਿਵਹਾਰ ਯਾਨੀ ਵੋਟਿੰਗ ਬਿਹੇਵੀਅਰ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ। ਕੋਈ ਵਿਅਕਤੀ ਕਿਸੇ ਨੂੰ ਵੋਟ ਕਿਉਂ ਪਾਉਂਦਾ, ਉਹਦੇ ਕਿਹੜੇ ਮੁੱਖ ਕਾਰਨ ਹੋ ਸਕਦੇ ਨੇ, ਕਿਸੇ ਨੇ ਕਿਸੇ ਨੂੰ ਵੋਟ ਕਿਉਂ ਪਾਈ ਹੈ, ਲੋਕ ਕਿਸੇ ਵਿਸ਼ੇਸ਼ ਪਾਰਟੀ ਨੂੰ ਵੋਟਾਂ ਕਿਉਂ ਪਾਉਂਦੇ ਨੇ। ਇਹ ਸਾਰਾ ਜਿਹੜਾ ਅਧਿਐਨ ਹੈ, ਸਟੱਡੀ ਹੈ ਜਿਹੜੀ, ਇਹਨੂੰ ਵੋਟਿੰਗ ਬਿਹੇਵੀਅਰ ਕਹਿੰਦੇ ਆ। ਲੋਕਾਂ ਦਾ ਵੋਟ ਕਰਨ ਦਾ ਬਿਹੇਵੀਅਰ ਕੀ ਹੈ, ਕੀ ਸੋਚ ਕੇ ਲੋਕ ਵੋਟ ਪਾਉਂਦੇ ਆ, ਜਾਂ ਕਿਹੜੇ ਕਿਹੜੇ ਉਹ ਤੱਤ ਨੇ ਜਿਹੜੇ ਵੋਟਾਂ ਨੂੰ ਪ੍ਰਭਾਵਿਤ ਕਰਦੇ ਨੇ, ਵੋਟਿੰਗ ਬਿਹੇਵੀਅਰ ਨੂੰ ਪ੍ਰਭਾਵਿਤ ਕਰਦੇ ਨੇ, ਮਤਦਾਨ ਵਿਵਹਾਰ ਨੂੰ ਪ੍ਰਭਾਵਿਤ ਕਰਦੇ ਨੇ। ਇਹ ਸਾਰੀਆਂ ਗੱਲਾਂ ਅੱਜ ਆਪਾਂ ਇਸ ਟੌਪਿਕ 'ਚ ਕਲੀਅਰ ਕਰਾਂਗੇ। ਸਭ ਤੋਂ ਪਹਿਲਾਂ ਮਤਦਾਨ ਵਿਵਹਾਰ ਦੀ ਡੈਫੀਨੇਸ਼ਨ, ਪਰਿਭਾਸ਼ਾ ਦੀ ਗੱਲ ਕਰੀਏ ਤੇ ਜੇਸੀ ਪਲੈਨੋ ਆਰ.ਈ. ਰਿਗਜ਼, ਇਹਨਾਂ ਦੀ ਇੱਕ ਡੈਫੀਨੇਸ਼ਨ ਹੈ ਮਤਦਾਨ ਵਿਵਹਾਰ ਨਾਲ, ਬਹੁਤ ਵਧੀਆ ਡੈਫੀਨੇਸ਼ਨ ਹੈ। ਉਹਦੇ 'ਚ ਕਹਿ ਰਹੇ ਆ, ਮਤਦਾਨ ਵਿਵਹਾਰ ਅਧਿਐਨ ਦੇ ਉਸ ਖੇਤਰ ਨੂੰ ਆਖਿਆ ਜਾਂਦਾ ਹੈ ਜੋ ਉਹਨਾਂ ਢੰਗਾਂ ਨਾਲ ਸੰਬੰਧਿਤ ਹੈ ਜਿਨ੍ਹਾਂ ਢੰਗਾਂ ਰਾਹੀਂ ਲੋਕ ਜਨਤਕ ਚੋਣਾਂ ਵਿੱਚ ਆਪਣੇ ਮਤਦਾਨ ਦੀ ਵਰਤੋਂ ਕਰਦੇ ਹਨ, ਅਤੇ ਉਹਨਾਂ ਕਾਰਨਾਂ ਨਾਲ ਵੀ ਸੰਬੰਧਿਤ ਹੈ ਜਿਹੜੇ ਕਾਰਨ ਵੋਟਰ ਨੂੰ ਕਿਸੇ ਵਿਸ਼ੇਸ਼ ਰੂਪ ਵਿੱਚ ਮਤ ਅਧਿਕਾਰ ਦਾ ਪ੍ਰਯੋਗ ਕਰਨ ਲਈ ਪ੍ਰੇਰਿਤ ਕਰਦੇ ਹਨ। ਸੋ ਪਲੈਨੋ ਤੇ ਰਿਗਜ਼ ਦੇ ਅਨੁਸਾਰ ਵੀ ਜਿਹੜੇ ਪ੍ਰਭਾਵਿਤ ਕਰਦੇ ਨੇ ਵੋਟਰ ਨੂੰ ਉਹ ਕਾਰਨ, ਉਹਨਾਂ ਕਾਰਨਾਂ ਨੂੰ ਵੀ ਸਟੱਡੀ ਕਰਨ ਦੀ ਲੋੜ ਹੈ। ਹੁਣ ਆਪਾਂ ਗੱਲ ਕਰਾਂਗੇ ਭਾਰਤ ਵਿੱਚ ਮਤਦਾਨ ਵਿਵਹਾਰ ਨੂੰ ਨਿਸ਼ਚਿਤ ਜਾਂ ਪ੍ਰਭਾਵਿਤ ਕਰਨ ਵਾਲੇ ਤੱਥ। ਉਹ ਕਿਹੜੇ ਤੱਥ ਨੇ, ਉਹ ਕਿਹੜੇ ਕਾਰਨ ਨੇ ਜਿਹੜੇ ਭਾਰਤ ਵਿੱਚ ਮਤਦਾਨ ਵਿਵਹਾਰ ਭਾਵ ਵੋਟਿੰਗ ਬਿਹੇਵੀਅਰ ਨੂੰ ਪ੍ਰਭਾਵਿਤ ਕਰਦੇ ਨੇ। ਉਹਨਾਂ ਦੇ ਬਾਰੇ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਾਂਗੇ। ਸਭ ਤੋਂ ਪਹਿਲੇ ਜਿਹੜਾ ਤੱਥ ਆ ਜਾਂਦਾ ਉਹ ਆ ਜਾਂਦਾ ਸਿੱਖਿਆ, ਐਜੂਕੇਸ਼ਨ। ਕਹਿੰਦੇ ਜਿਹੜੀ ਸਿੱਖਿਆ ਆ ਉਹ ਹਰ ਕੰਮ ਦੀ, ਹਰ ਸਿਸਟਮ ਦੀ ਦਾ ਆਧਾਰ ਹੈ। ਕੋਈ ਸਿਸਟਮ, ਕਿਸੇ ਤਰ੍ਹਾਂ ਦੀ ਪ੍ਰਣਾਲੀ ਸਫਲ ਜਾਂ ਅਸਫਲ ਹੋਣੀ ਹੈ, ਉਹ ਉਥੋਂ ਦੀ ਸਿੱਖਿਆ ਦੇ ਉੱਪਰ ਨਿਰਭਰ ਕਰਦੀ ਹੈ, ਉਸ ਦੇਸ਼ ਦੀ ਸਿੱਖਿਆ ਪ੍ਰਣਾਲੀ ਜਾਂ ਸਿੱਖਿਆ ਤੇ ਨਿਰਭਰ ਕਰਦੀ ਹੈ। ਸੋ ਭਾਰਤ ਵਿੱਚ ਆਪਾਂ ਵੇਖਿਆ ਵਾ ਵੀ ਭਾਰਤ ਵਿੱਚ ਆਜ਼ਾਦੀ ਤੋਂ 70 ਸਾਲ ਦੇ ਬਾਅਦ ਵੀ, 70 ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਅਦ ਵੀ ਅਜੇ ਵੀ 74% ਲੋਕ ਜਿਹੜੇ ਨੇ ਉਹ ਪੜ੍ਹੇ ਲਿਖੇ ਨੇ ਤੇ 26% ਲੋਕ ਜਿਹੜੇ ਨੇ ਉਹ ਪੜ੍ਹੇ ਲਿਖੇ ਨਹੀਂ ਹੈ, ਜਿਹਦੇ ਕਰਕੇ ਉਹਨਾਂ ਨੂੰ ਰਾਜਨੀਤੀ ਬਾਰੇ ਜਾਣਕਾਰੀ ਤੇ ਗਿਆਨ ਘੱਟ ਹੈ। ਸੋ ਸਿੱਖਿਆ ਦਾ ਆਧਾਰ ਹੋਣਾ, ਚੰਗੀ ਸਿੱਖਿਆ ਹੋਣਾ, ਇਹ ਇੱਕ ਕਾਰਨ ਬਣਦਾ ਵਾ ਵੋਟਿੰਗ ਬਿਹੇਵੀਅਰ ਦਾ। ਭਾਵ ਵੋਟਿੰਗ ਬਿਹੇਵੀਅਰ ਜਿਹੜਾ ਵੋਟ ਪਾਉਣ ਲੱਗਿਆਂ ਲੋਕ ਸੋਚ ਰੱਖਦੇ ਨੇ, ਉਹ ਸੋਚ ਤਾਂ ਹੀ ਆ ਸਕੇਗੀ ਜੇਕਰ ਕੋਈ ਅਖਬਾਰ ਪੜ੍ਹੇਗਾ, ਰਸਾਲਾ ਪੜ੍ਹੇਗਾ, ਜਾਂ ਉਹਨੂੰ ਥੋੜੀ ਬਹੁਤ ਐਜੂਕੇਸ਼ਨ ਹੋਏਗੀ। ਵਿਦਿਅਕ ਸੰਸਥਾਵਾਂ ਤੋਂ ਐਜੂਕੇਸ਼ਨ ਮਿਲਦੀ ਹੈ, ਪਰਿਵਾਰ ਤੋਂ ਤੇ ਮਿਲਦੀ ਹੈ, ਇਨਫਾਰਮਲ ਸਿੱਖਿਆ ਜਿਹੜੀ ਮਿਲਦੀ ਹੈ। ਪਰ ਅਖਬਾਰਾਂ, ਰਸਾਲੇ, ਮੈਗਜ਼ੀਨ, ਸੋਸ਼ਲ ਮੀਡੀਆ ਤੇ ਟੈਲੀਵਿਜ਼ਨ ਹੈ, ਰੇਡੀਓ ਹੈ, ਇਹ ਸਾਰੇ ਪ੍ਰਸਾਰ ਪ੍ਰਚਾਰ ਦੇ ਸਾਧਨ ਨੇ ਤੇ ਇਹ ਸਾਰੇ ਪੜ੍ਹੇ ਲਿਖੇ ਲੋਕਾਂ ਵਾਸਤੇ ਨੇ। ਆਮ ਜਿਹੜਾ ਅਨਪੜ੍ਹ ਵਿਅਕਤੀ ਹੈ ਟੀਵੀ ਤੇ ਭਾਵੇਂ ਵੇਖ ਸਕਦਾ ਵਾ, ਪਰ ਕਈ ਵਾਰ ਸਮੱਸਿਆ ਨੂੰ ਸਮਝ ਨਹੀਂ ਸਕਦਾ। ਸੋ ਇਸ ਕਰਕੇ ਸਿੱਖਿਆ ਦਾ ਹੋਣਾ, ਐਜੂਕੇਸ਼ਨ ਦਾ ਹੋਣਾ ਅਤਿ ਜ਼ਰੂਰੀ ਹੈ। ਤੇ ਸਿੱਖਿਆ ਇੱਕ ਬਹੁਤ ਵੱਡਾ ਫੈਕਟਰ ਹੈ ਕਿਸੇ ਦੀ ਵੋਟਿੰਗ ਬਿਹੇਵੀਅਰ ਨੂੰ ਪ੍ਰਭਾਵਿਤ ਕਰਨ ਦਾ। ਕੋਈ ਵਿਅਕਤੀ ਵੋਟ ਪਾ ਕੇ ਆਇਆ ਤੇ ਉਹਨੇ ਕਿਹਨੂੰ ਵੋਟ ਪਾਈ ਹੈ, ਇਹ ਬਹੁਤ ਜ਼ਿਆਦਾ ਨਿਰਭਰ ਕਰਦਾ ਉਹਦੀ ਵੋਟ ਤੇ ਵੀ। ਸੋ ਪਹਿਲਾ ਕਾਰਨ, ਪਹਿਲਾ ਤੱਥ ਜਿਹੜਾ ਵਾ ਫੈਕਟਰ ਪ੍ਰਭਾਵਿਤ ਕਰਨ ਵਾਲਾ ਕਿਸੇ ਵਿਅਕਤੀ ਦੀ ਐਜੂਕੇਸ਼ਨ ਹੈ। ਦੂਜਾ ਜਿਹੜਾ ਫੈਕਟਰ ਹੈ ਉਹ ਹੈਗਾ ਰਾਜਨੀਤਿਕ ਸੂਝ-ਬੂਝ।
ਕਈ ਵਾਰ ਲੋਕ ਬਹੁਤ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਰਾਜਨੀਤੀ 'ਚ ਬਹੁਤਾ ਦਿਲਚਸਪੀ ਨਹੀਂ ਰੱਖਦੇ। ਪਰ ਤੁਹਾਨੂੰ ਸਾਰਿਆਂ ਨੂੰ ਪਤਾ ਰਾਜਨੀਤੀ ਇੱਕ ਅਜਿਹੀ ਚੀਜ਼ ਹੈ, ਤੁਹਾਨੂੰ ਭਾਵੇਂ ਰਾਜਨੀਤੀ ਵਿੱਚ ਰੁਚੀ ਹੋਏ ਨਾ ਹੋਏ, ਪਰ ਰਾਜਨੀਤੀ ਨੂੰ ਤੁਹਾਡੇ ਸਾਰਿਆਂ ਵਿੱਚ ਰੁਚੀ ਬਹੁਤ ਹੈਗੀ ਹੈ। ਸੋ ਇਸ ਕਰਕੇ ਰਾਜਨੀਤੀ ਇੱਕ ਅਜਿਹਾ ਵਿਸ਼ਾ ਹੈ ਜਿਹਦੇ ਤੋਂ ਕੋਈ ਵਾਂਝਾ ਨਹੀਂ ਰਹਿ ਸਕਦਾ, ਪਰ ਫਿਰ ਵੀ ਲੋਕ ਜਿਹੜੇ ਨੇ ਇਹ ਤੋਂ ਅਣਜਾਣ ਹੁੰਦੇ ਨੇ, ਦੇਸ਼ ਦੀਆਂ ਸਮੱਸਿਆ ਬਾਰੇ ਉਹਨਾਂ ਨੂੰ ਸਮਝ ਨਹੀਂ ਹੁੰਦੀ ਤੇ ਉਹ ਅਵੇਸਲੇ ਰਹਿੰਦੇ ਨੇ। ਇਸੇ ਕਾਰਨ ਅੱਜ ਵੀ ਪਿਛਲੇ ਹੁਣੇ 2019 ਜਿਹੜੀਆਂ ਇਲੈਕਸ਼ਨ ਹੋਈਆਂ ਵਾ ਉਹਦੇ 'ਚ ਕੇਵਲ 67% ਲੋਕ ਨੇ ਜਿਹੜੇ ਆਪਣੇ ਵੋਟ ਦੀ ਵਰਤੋਂ ਕਰ ਪਾਏ, ਭਾਵ 67% ਲੋਕਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਤੇ ਉਹ ਵੀ 33% ਅਜੇ ਵੀ ਉਹ ਲੋਕ ਨੇ ਜਿਹੜੇ ਲੋਕ ਵੋਟ ਨਹੀਂ ਪਾ ਰਹੇ। ਇਹਦਾ ਅਰਥ ਇਹ ਹੈ ਵੀ ਜਿਹੜੇ ਲੋਕ ਵੋਟ ਨਹੀਂ ਪਾ ਰਹੇ ਉਹਨਾਂ ਨੂੰ ਆਪਣੀ ਵੋਟ ਦੀ ਵੈਲਿਊ ਦਾ ਪਤਾ ਨਹੀਂ, ਜਾਂ ਉਹ ਕਿਸੇ ਹੋਰ ਸਮੱਸਿਆ 'ਚ ਉਲਝੇ ਹੋਏ ਨੇ ਜਿਸ ਕਰਕੇ ਉਹ ਵੋਟ ਨਹੀਂ ਪਾ ਰਹੇ। ਪੱਛਮੀ ਦੇਸ਼ਾਂ ਦੀ ਤਰੱਕੀ ਤੇ ਵਿਕਾਸ ਦਾ ਰਾਜ ਕੀ ਹੈ ਵੀ ਉੱਥੇ ਵੱਧ ਤੋਂ ਵੱਧ ਲੋਕ ਜਿਹੜੇ ਨੇ ਰਾਜਨੀਤੀ 'ਚ ਸਰਗਰਮ ਹਿੱਸਾ ਲੈਂਦੇ ਨੇ ਤੇ ਐਕਟਿਵਲੀ ਪਾਰਟਿਸਿਪੇਟ ਕਰਦੇ ਨੇ। ਭਾਰਤ ਵਿੱਚ ਰਾਜਨੀਤਿਕ ਸੂਝ-ਬੂਝ ਦੀ ਲੋਕਾਂ ਨੂੰ ਕਮੀ ਹੈ, ਜਿਸ ਕਰਕੇ ਲੋਕ ਜਿਹੜੇ ਨੇ ਰਾਜਨੀਤੀ 'ਚ ਭਾਗ ਹੀ ਨਹੀਂ ਲੈਂਦੇ ਤੇ ਅਵੇਸਲੇ ਰਹਿੰਦੇ ਨੇ, ਪੈਸਿਵ ਰਹਿੰਦੇ ਨੇ ਰਾਜਨੀਤੀ ਤੋਂ। ਕਹਿੰਦੇ ਨੇ ਮਾੜੇ ਉਮੀਦਵਾਰ ਚੁਣੇ ਜਾਣਾ ਉਹਨਾਂ ਚੰਗੇ ਲੋਕਾਂ ਕਰਕੇ ਹੈ ਜਿਹੜੇ ਲੋਕ ਵੋਟ ਹੀ ਨਹੀਂ ਪਾਉਂਦੇ। ਸੋ ਇਸ ਕਰਕੇ ਜਿਹੜੇ ਲੋਕ ਵੋਟ ਨਹੀਂ ਪਾਉਂਦੇ ਉਹਨਾਂ ਨੂੰ ਆਪਣੀ ਵੋਟ ਪਾਣੀ ਚਾਹੀਦੀ ਹੈ ਤਾਂ ਕਿ ਚੰਗੇ ਨਤੀਜੇ ਆ ਸਕਣ। ਸੋ ਮਤਦਾਨ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲਾ ਬਹੁਤ ਵੱਡਾ ਫੈਕਟਰ ਲੋਕਾਂ ਦੀ ਰਾਜਨੀਤਿਕ ਸੂਝ-ਬੂਝ ਵੀ ਹੈਗਾ ਹੈ। ਭਾਰਤ ਵਿੱਚ ਆਰਥਿਕ ਸਥਿਤੀ ਜਿਹੜੀ ਹੈ, ਆਰਥਿਕ ਸਥਿਤੀ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਵੋਟਿੰਗ ਬਿਹੇਵੀਅਰ ਨੂੰ। ਜਿਨ੍ਹਾਂ ਦੀ ਆਰਥਿਕ ਹਾਲਤ ਥੋੜੀ ਜੀ ਚੰਗੀ ਹੈ ਉਹ ਕਾਫੀ ਵੋਟ ਪਾਉਂਦੇ ਨੇ, ਕਿਉਂਕਿ ਉਹ ਚਾਹੁੰਦੇ ਨੇ ਵੀ ਸਾਡੀ ਹਾਲਤ ਹੋਰ ਸੁਧਰ ਜਾਏਗੀ ਤੇ ਸਾਡਾ ਜਿਹੜਾ ਆਰਥਿਕ ਪੱਧਰ ਆ ਹੋਰ ਉੱਚਾ ਹੋ ਜਾਏਗਾ। ਜਿਨ੍ਹਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ ਉਹਨਾਂ ਕੋਲ ਵੋਟ ਪਾਉਣ ਲਈ ਸਮਾਂ ਵੀ ਨਹੀਂ ਹੈਗਾ। ਸਮਾਂ ਇਨ ਦਾ ਸੈਂਸ ਵੀ ਉਹ ਸਮੱਸਿਆ ਨੂੰ ਸਮਝਦੇ ਨਹੀਂ, ਵੋਟ ਪਾਉਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਦੀ ਰੋਜੀ ਰੋਟੀ ਦਾ ਸਵਾਲ ਹੈ। ਇਸੇ ਕਰਕੇ ਕੁਝ ਲੋਕ ਨੇ ਜਿਹੜੇ ਕੁਝ ਪੋਲੀਟੀਕਲ ਪਾਰਟੀਆਂ ਜਾਂ ਕੁਝ ਉਮੀਦਵਾਰ ਜਿਹੜੇ ਨੇ ਉਹ ਵੋਟਿੰਗ ਦੇ ਸਮੇਂ ਦੇ ਵਿੱਚ ਵੋਟਾਂ ਖਰੀਦਣ ਦੇ ਤੱਕ ਚਲ ਜਾਂਦੇ ਨੇ, ਵੋਟਰਾਂ ਨੂੰ ਲਲਚਾਉਂਦੇ ਨੇ, ਉਹਨਾਂ ਨੂੰ ਪ੍ਰਭਾਵਿਤ ਕਰਦੇ ਨੇ ਕਿਉਂਕਿ ਉਹ ਜਾਣਦੇ ਨੇ ਉਹਨਾਂ ਦੀ ਆਰਥਿਕ ਸਥਿਤੀ ਬਾਰੇ। ਉਹਦਾ ਫਾਇਦਾ ਉਠਾਉਂਦੇ ਹੋਏ, ਉਹਨਾਂ ਦਾ ਗਰੀਬੀ ਦਾ ਫਾਇਦਾ ਉਠਾਉਂਦੇ ਹੋਏ, ਆਰਥਿਕ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਉਹਨਾਂ ਨੂੰ ਲਾਲਚ ਵਿੱਚ ਲਿਆ ਕੇ ਤੇ ਉਹਨਾਂ ਕੋਲ ਵੋਟਿੰਗ ਕਰਾਉਂਦੇ ਨੇ ਆਪਣੀ ਫੇਵਰ 'ਚ। ਗਲਤ ਬੰਦੇ ਵੀ ਇਸੇ ਤਰ੍ਹਾਂ ਕਰਦੇ ਨੇ। ਸੋ ਇਸ ਕਰਕੇ ਜਿਹੜੀ ਆਰਥਿਕ ਸਥਿਤੀ ਹੈ ਕਿਸੇ ਵਿਅਕਤੀ ਨੂੰ ਵੋਟਿੰਗ ਦਾ ਬਿਹੇਵੀਅਰ ਜਿਹੜਾ ਵਾ ਉਹ ਆਰਥਿਕ ਸਥਿਤੀ ਤੇ ਨਿਰਭਰ ਕਰਦਾ ਵਾ। ਜਿਹੜਾ ਵਿਅਕਤੀ ਬਹੁਤ ਲੋੜੋਂ ਜ਼ਿਆਦਾ ਅਮੀਰ ਆ ਉਹ ਸੋਚਦਾ ਮੈਨੂੰ ਸਿਸਟਮ ਤੋਂ ਕੀ ਲੋੜ ਪਈ ਆ, ਸੋ ਇਸ ਕਰਕੇ ਉਹ ਵੀ ਵੋਟ ਪਾਉਣ ਤੋਂ ਗਰੇਜ਼ ਕਰਦਾ। ਮੀਡੀਓਕਰ ਤੇ ਜਿਹੜਾ ਮੱਧਵਰਤੀ ਲੋਕ ਨੇ, ਜਿਹੜੇ ਮਿਡਲ ਕਲਾਸ ਹੈ ਜਿਹੜੀ ਸਭ ਤੋਂ ਵੱਧ ਵੋਟਿੰਗ ਉਹ ਕਰਦੀ ਹੈ। ਬਹੁਤ ਜ਼ਿਆਦਾ ਅਪਰ ਕਲਾਸ ਵਾਲੇ ਵੀ ਵੋਟ ਦੀ ਵੈਲਿਊ ਨੂੰ ਕੁਝ ਨਹੀਂ ਜਾਣਦੇ ਤੇ ਬਹੁਤ ਜ਼ਿਆਦਾ ਹੇਠਲੇ ਪੱਧਰ ਦੀ ਜਿਹੜੀ ਆਰਥਿਕ ਸਥਿਤੀ ਜਿਹਨਾਂ ਦੀ ਬਹੁਤ ਮਾੜੀ ਹੈ ਉਹ ਵੀ ਨਹੀਂ ਜਾਣਦੇ, ਪਰ ਉਹਨਾਂ ਦੀਆਂ ਵੋਟਾਂ ਨੂੰ ਲੋਕੀ ਮਿਸਯੂਜ਼ ਕਰ ਲੈਂਦੇ ਨੇ, ਗਲਤ ਵਰਤੋਂ ਕਰ ਲੈਂਦੇ ਨੇ। ਸੋ ਇਸ ਕਰਕੇ ਜੇਕਰ ਵੋਟਿੰਗ ਬਿਹੇਵੀਅਰ ਨੂੰ ਸਮਝਣਾ ਤੇ ਉਸ ਲੋਕਾਂ ਦੀ ਆਰਥਿਕ ਸਥਿਤੀ ਨੂੰ ਵੀ ਸਮਝਣਾ ਪਏਗਾ ਜਿਹੜੇ ਲੋਕ ਵੋਟ ਕਰ ਰਹੇ ਨੇ। ਨੈਕਸਟ ਹੈਗਾ ਜਾਤੀਵਾਦ। ਜੈ ਪ੍ਰਕਾਸ਼ ਨਾਰਾਇਣ ਹੋਣਾ ਇੱਕ ਵਾਰੀ ਕਿਹਾ ਸੀਗਾ ਵੀ ਜਾਤੀਵਾਦ ਜਿਹੜਾ ਵਾ ਇਹ ਵੀ ਇੱਕ ਭਾਰਤ ਦਾ ਰਾਜਨੀਤਿਕ ਦਲ ਹੈ। ਕਿਸੇ ਵੀ ਭਾਰਤ ਵਿੱਚ ਕਿਉਂਕਿ ਹੈ ਤੇ ਮਾੜੀ ਚਾਰ ਵਰਨਾ ਜਿਹੜੀ ਵੰਡੀ ਗਈ ਹੈ, ਜਾਤ ਪ੍ਰਥਾ ਵੰਡੀ ਗਈ ਹੈ, ਇਹ ਬਹੁਤ ਮਾੜੀ ਹੈ ਤੇ ਕੁਪ੍ਰਥਾ ਕਈ ਸਾਲਾਂ ਤੋਂ ਮਤਲਬ 5000 ਸਾਲ ਤੋਂ ਚੱਲਦੀ ਆ ਰਹੀ ਹੈ ਜਿਹੜੀ ਚੰਗੀ ਨਹੀਂ। ਭਾਰਤ ਨੇ ਜਦੋਂ ਆਪਣਾ ਸੰਵਿਧਾਨ ਤਿਆਰ ਕੀਤਾ ਤੇ ਇਹਨੂੰ ਕਾਫੀ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਸਹੂਲਤਾਂ ਪ੍ਰਦਾਨ ਕੀਤੀਆਂ ਇਸੇ ਆਧਾਰ ਤੇ, ਠੀਕ ਹੈ, ਪਰ ਜਾਤੀਵਾਦ ਅਜੇ ਤੱਕ ਵੀ ਖਤਮ ਨਹੀਂ ਹੋ ਰਿਹਾ। ਸੋ ਇਸ ਕਰਕੇ ਜਾਤੀਵਾਦ ਨੇ ਰਾਜਨੀਤੀ ਨੂੰ ਇੰਨਾ ਪ੍ਰਭਾਵਿਤ ਕੀਤਾ ਹੈ ਵੀ ਕਿਸੇ ਪਾਰਟੀਆਂ ਪਹਿਲੇ ਡਿਸਾਈਡ ਕਰਦੀਆਂ ਵੀ ਉਸ ਇਲਾਕੇ ਵਿੱਚ ਉਸ ਉਮੀਦਵਾਰ ਨੂੰ ਖੜਾ ਕੀਤਾ ਜਾਣਾ ਜਿਹੜਾ ਉਮੀਦਵਾਰ ਉਸ ਜਾਤੀ ਦਾ ਹੋਵੇਗਾ ਜਿਹੜੀ ਉੱਥੇ ਬਹੁਤਾਤ ਹੈ, ਭਾਵ ਮੈਜੋਰਟੀ ਜਿਸ ਜਾਤ ਦੀ ਉਸ ਹਲਕੇ 'ਚ ਹੋਏਗੀ ਉਸੇ ਉਮੀਦਵਾਰ ਨੂੰ ਖੜਾ ਕੀਤਾ ਜਾਂਦਾ ਤਾਂ ਕਿ ਵੋਟਰ ਦੇ ਜਿੱਤਣ ਦੀ ਸੰਭਾਵਨਾ ਜ਼ਿਆਦਾ ਹੋਏ। ਕਿਉਂਕਿ ਕਹਿੰਦੇ ਨੇ ਵੀ ਭਾਰਤ ਵਿੱਚ ਲੋਕ ਨੇ ਜਿਹੜੇ ਹੋਰ ਕੁਝ ਦੇਖਣ ਨਾ ਦੇਖਣ ਪਰ ਵੋਟ ਪਾਉਣ ਲੱਗੇ ਆਪਣੀ ਜਾਤ ਦੇ ਉਮੀਦਵਾਰ ਨੂੰ ਪਹਿਲ ਜ਼ਰੂਰ ਦਿੰਦੇ ਨੇ। ਸੋ ਇਸੇ ਕਰਕੇ ਉਮੀਦਵਾਰ ਖੜਾ, ਪੋਲੀਟੀਕਲ ਪਾਰਟੀ ਉਮੀਦਵਾਰ ਉਸੇ ਹਿਸਾਬ ਨਾਲ ਖੜਾ ਕਰਦੀਆਂ ਵੀ ਜਾਤ ਦੇ ਆਧਾਰ ਤੇ
ਮੰਤਰੀ ਮੰਡਲ ਦਾ ਨਿਰਮਾਣ ਇਸ ਆਧਾਰ ਤੇ ਕੀਤਾ ਜਾਂਦਾ। ਲੁਭਾਵਣੇ ਜਿਹੜੇ ਨੇ ਲੋਕਾਂ ਨੂੰ ਲਾਲਚ ਦਿੱਤੇ ਜਾਂਦੇ ਨੇ, ਪੋਲੀਟੀਕਲ ਪਾਰਟੀ ਦਿੰਦੀਆਂ ਨੇ ਜਾਤ ਆਧਾਰਿਤ। ਸੋ ਇਸ ਕਰਕੇ ਜਿਹੜਾ ਜਾਤੀਵਾਦ ਹੈ ਇਹ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਵਾ ਭਾਰਤ ਵਿੱਚ ਵੋਟਿੰਗ ਨੂੰ। ਸੋ ਵੋਟਿੰਗ ਜਿਹੜੀ ਹੈ, ਵੋਟਿੰਗ ਬਿਹੇਵੀਅਰ ਜਾਤੀਵਾਦ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ। ਜਾਤੀਵਾਦ ਦੀ ਸਟੱਡੀ ਕੀਤੇ ਬਗੈਰ ਮਤਦਾਨ ਵਿਵਹਾਰ ਨੂੰ ਅਸਲੀ ਗਹਿਰਾਈ ਤੱਕ ਨਹੀਂ ਜਾਣਿਆ ਜਾ ਸਕਦਾ। ਧਰਮ ਇੱਕ ਬਹੁਤ ਵੱਡਾ ਫੈਕਟਰ ਹੈ। ਪੰਜਵਾਂ ਪੁਆਇੰਟ ਆਪਣਾ ਧਰਮ ਹੈ। ਧਰਮ ਇੱਕ ਬਹੁਤ ਵੱਡਾ ਫੈਕਟਰ ਹੈ ਵੋਟਿੰਗ ਬਿਹੇਵੀਅਰ ਨੂੰ ਪ੍ਰਭਾਵਿਤ ਕਰਨ ਵਾਲਾ। ਹਾਲਾਂਕਿ ਭਾਰਤ ਦੇ ਸੰਵਿਧਾਨ ਨੇ ਭਾਰਤ ਨੂੰ ਇੱਕ ਧਰਮ ਨਿਰਪੱਖ ਦੇਸ਼ ਘੋਸ਼ਿਤ ਕੀਤਾ ਗਿਆ ਹੈ ਤੇ ਭਾਰਤ ਵਿੱਚ ਸਾਰੇ ਧਰਮਾਂ ਦਾ ਬਰਾਬਰ ਮਾਣ ਸਤਿਕਾਰ ਕੀਤਾ ਜਾਂਦਾ, ਪਰ ਧਰਮ ਦਾ ਰਾਜਨੀਤੀ ਵਿੱਚ ਬਹੁਤ ਵੱਡਾ ਰੋਲ ਹੈ। ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਧਰਮ ਦੇ ਨਾਂ ਤੇ ਬਣ ਚੁੱਕੀਆਂ ਨੇ, ਧਰਮ ਨੂੰ ਆਧਾਰ ਬਣਾ ਕੇ ਬਣ ਚੁੱਕੀਆਂ ਨੇ ਤੇ ਉਹਨਾਂ ਦਾ ਮੁੱਖ ਉਦੇਸ਼ ਇਹ ਹੈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਲ ਕਰਕੇ ਜਾਂ ਉਹਨਾਂ ਨੂੰ ਪ੍ਰਭਾਵਿਤ ਕਰਕੇ ਤੇ ਕਿਸੇ ਇੱਕ ਵਿਸ਼ੇਸ਼ ਧਰਮ ਦੇ ਹੱਕ 'ਚ ਵੋਟਿੰਗ ਪਵਾਉਣਾ ਤੇ ਕਿਸੇ ਦਾ ਵਿਰੋਧ ਕਰਨਾ। ਇਹਦੇ ਨਾਲ ਕਈ ਵਾਰ ਸਾਡੇ ਦੇਸ਼ 'ਚ ਵੋਟਾਂ ਦੇ ਦਰਮਿਆਨ ਦੰਗੇ ਫਸਾਦ ਵੀ ਹੋਏ ਨੇ ਤੇ ਬਹੁਤ ਸਾਰੀਆਂ ਮਾੜੀਆਂ ਘਟਨਾਵਾਂ ਵੀ ਹੋਈਆਂ ਨੇ। ਸੋ ਇਸ ਕਰਕੇ ਵੋਟਿੰਗ ਬਿਹੇਵੀਅਰ ਨੂੰ ਸਮਝਣ ਵਾਸਤੇ ਧਰਮ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਸੋ ਭਾਰਤ ਵਿੱਚ ਜਿਹੜਾ ਧਰਮ ਹੈ ਇਹਨੂੰ ਬਹੁਤ ਵੱਡੇ ਆਧਾਰ ਬਣਾਇਆ ਜਾਂਦਾ। ਕਈ ਪੋਲੀਟੀਕਲ ਪਾਰਟੀਆਂ ਧਰਮ ਦੇ ਨਾਂ ਤੇ ਬਣੀਆਂ, ਲੋਕ ਕਹਿੰਦੇ ਨੇ ਧਰਮ ਖਤਰੇ 'ਚ ਆ, ਪੰਥ ਖਤਰੇ 'ਚ ਆ, ਉਹਦੇ ਆਧਾਰ ਤੇ ਵੋਟਿੰਗ। ਹੁਣ ਮੁਸਲਿਮ ਲੀਗ ਪਾਰਟੀ ਬਣੀ ਹੈ ਧਰਮ ਦੇ ਆਧਾਰ ਤੇ, ਮੁਸਲਿਮ ਲੀਗ, ਉਹਦੇ ਨਾਂ ਤੋਂ ਹੀ ਕਲੀਅਰ ਹੈ ਕਿ ਪਾਰਟੀ ਜਿਹੜੀ ਧਰਮ ਦੇ ਆਧਾਰ ਤੇ ਹੋਏਗੀ। ਦੂਜਾ ਸ਼ਿਵ ਸੈਨਾ ਪਾਰਟੀ ਹੈ, ਧਰਮ ਦੇ ਆਧਾਰ ਤੇ ਬਣੀ ਹੈ। ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ ਧਰਮ ਦੇ ਆਧਾਰ ਤੇ ਪਾਰਟੀ ਹੈ। ਸੋ ਕਿੰਨੀਆਂ ਹੀ ਭਾਰਤ ਵਿੱਚ ਪਾਰਟੀਆਂ ਨੇ ਜਿਹਨਾਂ ਦਾ ਆਧਾਰ ਜਿਹੜਾ ਉਹ ਧਰਮ ਹੈ। ਸੋ ਇਸ ਕਰਕੇ ਜਿਹੜਾ ਧਰਮ ਹੈ, ਹਾਲਾਂਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਤੇ ਧਰਮ ਕਿਸੇ ਵੀ ਧਰਮ ਦੇ ਵਿੱਚ ਕਿਸੇ ਨੂੰ ਬੁਰਾ ਕਹਿਣਾ ਨਹੀਂ ਕਿਹਾ ਗਿਆ, ਪਰ ਰਾਜਨੀਤਿਕ ਲਾਭ ਲੈਣ ਲਈ ਲੋਕੀ ਪੋਲੀਟੀਕਲ ਪਾਰਟੀਆਂ ਧਰਮ ਦੇ ਨਾਂ ਤੇ ਧਰਮ ਦੀਆਂ ਠੇਕੇਦਾਰ ਬਣ ਜਾਂਦੀਆਂ ਨੇ ਤੇ ਉਸੇ ਆਧਾਰ ਤੇ ਵੋਟਾਂ ਪ੍ਰਾਪਤ ਕਰਕੇ ਤੇ ਰਾਜ ਕਰਦੀਆਂ ਨੇ। ਸੋ ਇਸ ਕਰਕੇ ਹਰੇਕ ਰਾਜ 'ਚ ਭਾਰਤ ਦੇ ਹਰੇਕ ਹਲਕੇ 'ਚ ਵੋਟਿੰਗ ਜਿਹੜੀ ਹੈ ਉਹ ਧਰਮ ਇੱਕ ਬਹੁਤ ਵੱਡਾ ਮੁੱਦਾ ਬਣ ਜਾਂਦਾ ਹੈ ਵੋਟਿੰਗ ਦਾ। ਤੇ ਉਸ ਤੋਂ ਅਗਲਾ ਜਿਹੜਾ ਆ ਜਾਂਦਾ ਵਾ ਖੇਤਰਵਾਦ। ਖੇਤਰਵਾਦ ਦਾ ਅਰਥ ਇਹ ਹੈ ਜਿਵੇਂ ਧਰਮ ਦੇ ਆਧਾਰ ਤੇ ਲੋਕੀ ਵੋਟ ਪਾਉਂਦੇ ਨੇ, ਇਸੇ ਕਰਕੇ ਖੇਤਰਵਾਦ ਜਿਹੜਾ ਅਜਿਹਾ ਮੁੱਦਾ ਹੈ ਜਿਹਦੇ ਆਧਾਰ ਤੇ ਲੋਕੀ ਆਪਣੇ ਆਪਣੇ ਖੇਤਰ ਨੂੰ ਪਹਿਲ ਦਿੰਦੇ ਨੇ। ਇਹਨੂੰ ਕਹਿੰਦੇ ਨੇ ਸਨਜ਼ ਆਫ ਦਾ ਸਾਇਲ। ਸਨਜ਼ ਆਫ ਦਾ ਸਾਇਲ ਦਾ ਮਤਲਬ ਕੀ ਹੈ? ਭਾਵੇਂ ਆਪਣੇ ਖੇਤਰ ਨੂੰ, ਆਪਣੇ ਇਲਾਕੇ ਨੂੰ ਪਹਿਲ ਦੇਣੀ। ਇਹਦੇ ਆਧਾਰ ਤੇ ਫਿਰ ਜਿਹੜਾ ਵੋਟਿੰਗ ਵੀ ਹੁੰਦੀ ਹੈ। ਵੋਟਿੰਗ ਹੋਣ ਦਾ ਮਤਲਬ ਇਹ ਹੈ ਭਾਰਤ ਵਿੱਚ ਰਾਸ਼ਟਰੀ ਦਲਾਂ ਨੂੰ ਪਿਛਲੇ 10-20 ਸਾਲ ਹੁਣੇ ਭਾਵੇਂ ਇਲੈਕਸ਼ਨ 'ਚ ਇੱਕ ਪੋਲੀਟੀਕਲ ਪਾਰਟੀ ਨੂੰ ਸੀਟਾਂ ਬਹੁਤ ਪ੍ਰਾਪਤ ਹੋਈਆਂ ਨੇ, ਪਰ ਉਸ ਤੋਂ ਪਹਿਲਾਂ ਕੀ ਸੀਗਾ, ਵੱਖ-ਵੱਖ ਰਾਜਾਂ ਦੀਆਂ ਪਾਰਟੀਆਂ ਨੂੰ ਸੀਟਾਂ ਪ੍ਰਾਪਤ ਹੁੰਦੀਆਂ ਸਨ। ਸੋ ਕਿੰਨੀਆਂ ਹੀ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਖੇਤਰਵਾਦ ਦੇ ਆਧਾਰ ਤੇ ਆਪਣੇ ਆਪਣੇ ਖੇਤਰ ਨੂੰ ਪਹਿਲ ਦੇਣ ਵਾਸਤੇ ਉਹ ਪੋਲੀਟੀਕਲ ਪਾਰਟੀਆਂ ਹੋਂਦ 'ਚ ਆ ਗਈਆਂ ਤੇ ਅੱਜ ਕੇਂਦਰ ਦੀਆਂ ਸਰਕਾਰਾਂ ਜਿਹੜੀਆਂ ਉਹਨਾਂ ਦੇ ਬਗੈਰ ਉਹਨਾਂ ਦਾ ਕੋਈ ਮੁੱਲ ਨਹੀਂ ਹੈਗਾ। ਪੰਜਾਬ ਵਿੱਚ ਬਹੁਤ ਪ੍ਰਚਲਿਤ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਖੇਤਰ ਆਧਾਰ ਤੇ ਪਾਰਟੀ ਹੈ। ਇਸੇ ਤਰ੍ਹਾਂ ਅਸਾਮ ਦੇ ਵਿੱਚ ਅਸਮ ਗਣ ਪਰਿਸ਼ਦ ਪੋਲੀਟੀਕਲ ਪਾਰਟੀ ਹੈ। ਆਂਧਰਾ ਪ੍ਰਦੇਸ਼ 'ਚ ਤੇਲਗੂ ਦੇਸ਼ਮ ਪਾਰਟੀ ਹੈ। ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ। ਜੰਮੂ ਤੇ ਕਸ਼ਮੀਰ ਚਲੋ ਹੁਣ ਭਾਵੇਂ 2 ਕੇਂਦਰੀ ਸ਼ਾਸਿਤ ਪ੍ਰਦੇਸ਼ ਬਣ ਗਏ ਨੇ, ਜੰਮੂ ਤੇ ਕਸ਼ਮੀਰ ਵੱਖਰਾ ਤੇ ਲਦਾਖ ਵੱਖਰਾ, ਤੇ ਫਿਰ ਵੀ ਉੱਥੇ ਨੈਸ਼ਨਲ ਕਾਨਫਰੰਸ ਜਿਹੜੀ ਪਾਰਟੀ ਹੈ ਉਹ ਖੇਤਰ ਦੇ ਆਧਾਰ ਤੇ ਬਣੀ ਹੈ। ਸੋ ਕਿੰਨੇ ਵੱਖ-ਵੱਖ ਰਾਜਾਂ 'ਚ ਵੱਖ-ਵੱਖ ਖੇਤਰੀ ਪਾਰਟੀਆਂ ਬਣ ਗਈਆਂ ਨੇ ਤੇ ਖੇਤਰੀ ਪਾਰਟੀਆਂ ਆਪਣੇ ਰਾਜਾਂ ਦੇ ਲੋਕਾਂ ਨੇ ਇਹੋ ਐਜੂਕੇਟ ਕਰਨੀ ਹੈ ਵੀ ਅਸੀਂ ਆਪਣੇ ਰਾਜ ਨੂੰ ਪ੍ਰਫੁੱਲਤ ਕਰਨਾ। ਇਹਦੇ ਨਾਲ ਦੇਸ਼ ਦੇ ਵਿੱਚ ਏਕਤਾ ਦੀ ਭਾਵਨਾ ਜਿਹੜੀ ਹੈ ਉਹ ਨਹੀਂ ਬਣ ਪਾਉਂਦੀ। ਸੋ ਇਸ ਕਰਕੇ ਜਿਹੜੀਆਂ ਖੇਤਰੀ ਪਾਰਟੀਆਂ ਨੇ ਖੇਤਰਵਾਦ ਨੂੰ ਪਹਿਲ ਦਿੰਦੀਆਂ ਨੇ। ਵੋਟਿੰਗ ਬਿਹੇਵੀਅਰ ਦੇ ਵਿੱਚ ਖੇਤਰੀ ਪਾਰਟੀਆਂ ਦਾ ਬਹੁਤ ਮਹੱਤਵਪੂਰਨ ਰੋਲ ਹੈ। ਇਸੇ ਕਰਕੇ ਬਹੁਤ ਸਾਰੇ ਰਾਜਾਂ ਵਿੱਚ ਉੱਥੋਂ ਦੀਆਂ ਖੇਤਰਵਾਦੀ ਪਾਰਟੀਆਂ ਦਾ ਹੀ ਰਾਜ ਚੱਲਦਾ ਵਾ ਤੇ ਐਮਪੀ ਵੀ ਉੱਥੇ ਬਣ ਜਾਂਦੇ ਨੇ, ਰਲੀ ਮਿਲੀ ਸਰਕਾਰ ਬਣ ਜਾਂਦੀ ਹੈ। ਸੋ ਇਸ ਕਰਕੇ ਜਿਹੜਾ ਖੇਤਰਵਾਦ ਹੈ ਇਹ ਬਹੁਤ ਵੱਡਾ ਫੈਕਟਰ ਹੈ ਵੋਟਿੰਗ ਬਿਹੇਵੀਅਰ ਵਿੱਚ। ਭਾਸ਼ਾਈ ਤੱਥ, 7ਵਾਂ ਪੁਆਇੰਟ ਭਾਸ਼ਾਈ ਤੱਥ ਹੈ, ਲੈਂਗੁਏਜ ਹੈ।
ਭਾਸ਼ਾ ਵੀ VOTING ਬਿਹੇਵੀਅਰ 'ਚ ਕੰਮ ਕਰਦੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਭਾਰਤ ਵਿੱਚ ਹੁਣ 22 ਭਾਗਾਂ ਨੂੰ ਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਹੈ। ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ, ਹਾਲਾਂਕਿ ਅੰਗਰੇਜ਼ੀ ਦੀ ਅਸੀਂ ਵਰਤੋਂ ਬਹੁਤ ਜ਼ਿਆਦਾ ਕਰਦੇ ਹਾਂ, ਪਰ ਜਿਹੜਾ ਭਾਸ਼ਾ ਦਾ ਤੱਤ ਹੈ ਉਹ ਵੀ ਬਹੁਤ ਪ੍ਰਭਾਵਿਤ ਕਰਦਾ ਵਾ। ਲੋਕ ਆਪਣੀ ਭਾਸ਼ਾ ਨੂੰ ਪਿਆਰ ਕਰਦੇ ਨੇ ਤੇ ਦੂਜੀ ਭਾਸ਼ਾ ਨੂੰ ਪਸੰਦ ਨਹੀਂ ਕਰਦੇ। ਜਿਵੇਂ ਸਾਊਥ ਇੰਡੀਆ ਦੇ ਵਿੱਚ ਹਿੰਦੀ ਭਾਸ਼ਾ ਨੂੰ ਉਨਾ ਪਸੰਦ ਨਹੀਂ ਕੀਤਾ ਜਾਂਦਾ। ਈਵਨ ਇੱਥੋਂ ਤੱਕ ਮੇਰਾ ਇੱਕ ਦੋਸਤ ਵਿਜ਼ਿਟ ਕਰਕੇ ਆਇਆ ਵੀ ਹਿੰਦੀ ਬੋਲਣ ਵਾਲੇ ਨੂੰ ਤੇ ਉੱਥੇ ਦੁਕਾਨ ਤੇ ਸੌਦਾ ਵੀ ਨਹੀਂ ਮਿਲਦਾ। ਸੋ ਇਸ ਕਰਕੇ ਸਧਾਰਨ ਜਿਹੀ ਇਹ ਗੱਲ ਹੈ ਵੀ ਭਾਸ਼ਾਈ ਤੱਤ ਹੈ ਜਿਹੜਾ VOTING ਨੂੰ ਵੀ ਇਹ ਪ੍ਰਭਾਵਿਤ ਕਰਦਾ ਵਾ। ਤੇ ਭਾਸ਼ਾ ਦੇ ਆਧਾਰ ਤੇ ਭਾਰਤ ਦਾ 2-3 ਵਾਰ ਵੰਡ ਹੋ ਚੁੱਕੀ ਹੈ। ਪੰਜਾਬੀ ਭਾਸ਼ਾ ਖੇਤਰ ਮੰਗਣ ਵਾਸਤੇ ਪੰਜਾਬੀ ਮੋਰਚਾ ਲੱਗਾ ਸੀਗਾ। ਸੋ ਇਸ ਕਰਕੇ ਜਿਹੜਾ ਕਿਸੇ ਵਿਅਕਤੀ ਦੀ ਕੈਂਡੀਡੇਟ ਦੀ ਭਾਸ਼ਾ ਹੈ ਉਹ ਵੀ ਬਹੁਤ ਪ੍ਰਭਾਵਿਤ ਕਰਦੀ ਹੈ ਤੇ ਭਾਸ਼ਾ ਦੇ ਆਧਾਰ ਤੇ ਵੀ ਲੋਕ ਵੋਟ ਪਾਉਣਾ ਪਸੰਦ ਕਰਦੇ ਨੇ। ਆਪਣੀ ਭਾਸ਼ਾ ਬੋਲਣ ਵਾਲੇ ਨੂੰ ਲੋਕ ਪਹਿਲ ਦਿੰਦੇ ਨੇ ਬਗਾਨੀ ਭਾਸ਼ਾ ਦੇ ਬਜਾਏ। ਸੋ ਇਸ ਕਰਕੇ ਭਾਸ਼ਾ ਵੀ ਇੱਕ ਬਹੁਤ ਵੱਡਾ ਫੈਕਟਰ ਹੋ ਸਕਦਾ ਵਾ VOTING ਬਿਹੇਵੀਅਰ ਦਾ। ਨੈਕਸਟ ਹੈਗਾ ਵਰਗ ਸੁਚੇਤਤਾ। ਭਾਰਤ ਵਿੱਚ ਵੱਖ-ਵੱਖ ਤਰ੍ਹਾਂ ਦੇ ਵਰਗ ਨੇ, ਕਿਸਾਨ ਨੇ, ਮਜ਼ਦੂਰ ਨੇ। ਇਹ ਹਾਲਾਂਕਿ ਇਹ ਵਰਗ ਤੇ ਨਹੀਂ, ਪਰ ਰਾਜਨੀਤਿਕ ਪਾਰਟੀਆਂ ਨੂੰ ਵੱਖਰੇ ਵਰਗ ਬਣਾ ਚੁੱਕੀਆਂ ਨੇ। ਸੋ ਇਸ ਕਰਕੇ ਜਦੋਂ VOTING ਲੋਕ ਕਰਦੇ ਨੇ ਤੇ ਇਹ ਵੀ ਗੱਲਾਂ ਪ੍ਰਭਾਵਿਤ ਕਰਦੀਆਂ ਨੇ। ਆਮ ਵੇਖਣ ਚ ਆਇਆ ਕਿ ਜਿਹੜੀ ਇਹ ਸਮਝਿਆ ਜਾਂਦਾ ਵੀ ਵਪਾਰੀ ਵਰਗ ਹੈ ਜਿਹੜਾ ਵਪਾਰੀ ਵਰਗ ਤੇ ਪੂੰਜੀਪਤੀ ਜਿਹੜੇ ਨੇ ਉਹ ਜ਼ਿਆਦਾਤਰ ਕਹਿੰਦੇ ਵਪਾਰੀ ਵਰਗ ਤੇ ਪੂੰਜੀਪਤੀ ਇਹ BJP ਦਾ ਕਹਿੰਦੇ ਬੈਕਬੋਨ ਹੈ। BJP ਪਾਰਟੀ ਜਿਹੜੀ ਹੈ ਇਹ ਵਪਾਰੀਆਂ ਦੀ ਤੇ ਪੂੰਜੀਪਤੀਆਂ ਦੀ ਪਾਰਟੀ ਹੈ। ਇਸੇ ਤਰ੍ਹਾਂ ਕਿਸਾਨਾਂ ਦੀ ਪਾਰਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕਿਸਾਨਾਂ ਦੀ ਪਾਰਟੀ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ ਮਜ਼ਦੂਰ ਤੇ ਕਿਸਾਨ ਇਹਨਾਂ ਦੋਵਾਂ ਦੀ ਪਾਰਟੀ ਜਿਹੜੀ ਗਰੀਬ ਮਜ਼ਦੂਰ ਤੇ ਕਿਸਾਨ ਨੇ CPI ਤੇ CPIM ਇਹ ਇਹਨਾਂ ਦੀਆਂ ਪਾਰਟੀਆਂ ਮੰਨੀ ਜਾਂਦੀਆਂ। ਇਸੇ ਤਰ੍ਹਾਂ ਦਲਿਤ ਵਰਗ ਨੇ, ਪਛੜੇ ਵਰਗ ਨੇ ਜਿਹੜੇ ਬਹੁਜਨ ਸਮਾਜ ਪਾਰਟੀ ਜਿਹੜੀ ਆ ਉਹਨਾਂ ਦੀ ਪਾਰਟੀ ਮੰਨੀ ਜਾਂਦੀ ਹੈ। ਜਿਹੜੀ ਕਾਂਗਰਸ ਪਾਰਟੀ ਹੈ ਇਹ ਮੰਨਿਆ ਜਾਂਦਾ ਵੀ ਉਹ ਇੱਕ ਧਰਮ ਨਿਰਪੱਖ ਪਾਰਟੀ ਹੈ ਤੇ ਵਰਗ ਨਿਰਪੱਖ ਪਾਰਟੀ ਹੈ ਤੇ ਸਾਰੇ ਤਰ੍ਹਾਂ ਦੇ ਵਰਗ ਨੇ ਜਿਹੜੇ ਉਹਦੇ ਸ਼ਾਮਲ ਹੁੰਦੇ ਨੇ। ਸੋ ਇਸ ਕਰਕੇ ਜਿਹੜੇ ਵੱਖ-ਵੱਖ ਵਰਗ ਨੇ ਉਹ ਵੀ ਇੱਕ ਮਤਲਬ ਆਇਡੈਂਟੀਟੀ ਬਣ ਚੁੱਕੀ ਹੈ ਵੀ ਇਹਨਾਂ ਦੀ ਪਾਰਟੀ ਹੈ ਤੇ ਡੈਫੀਨੇਟਲੀ ਇਹਨਾਂ ਨੂੰ ਸਪੋਰਟ ਕਰੇਗੀ। ਬਹੁਤ ਜ਼ਿਆਦਾ ਨਹੀਂ ਪਰ ਕੁਝ ਹੱਦ ਤੱਕ ਇਹਨਾਂ ਚੀਜ਼ਾਂ ਦੇ ਵਿੱਚ ਵੀ ਸੱਚਾਈ ਹੈਗੀ ਹੈ ਵੀ ਲੋਕ ਜਿਹੜੇ ਨੇ ਆਪਣੇ ਵਰਗ ਦੇ ਨਾਲ ਜੁੜ ਕੇ ਤੇ ਉਸੇ ਆਧਾਰ ਤੇ ਜਿਹੜਾ VOTING ਕਰਦੇ ਨੇ ਤੇ ਇਹਦੇ ਨਾਲ VOTING ਬਿਹੇਵੀਅਰ ਲੋਕਾਂ ਦਾ ਪ੍ਰਭਾਵਿਤ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਅੱਜ ਆਪਾਂ ਗੱਲ ਕਰ ਰਹੇ ਹਾਂ VOTING ਬਿਹੇਵੀਅਰ ਦੀ ਤੇ ਮਤਦਾਨ ਵਿਵਹਾਰ ਦੀ। ਉਹ ਫੈਕਟਰ ਜਿਹੜੇ VOTING ਬਿਹੇਵੀਅਰ ਨੂੰ ਪ੍ਰਭਾਵਿਤ ਕਰਦੇ ਨੇ ਆਪਾਂ ਉਹਦੀ ਗੱਲ ਕਰ ਰਹੇ ਹਾਂ। ਇੱਕ ਫੈਕਟਰ ਆਪਾਂ ਗੱਲ ਕੀਤੀ ਹੈ ਕਿਵੇਂ ਜਾਤ, ਧਰਮ, ਭਾਸ਼ਾ ਜਾਂ ਸਿੱਖਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਸੇ ਵੋਟ ਪਾਉਣ ਵਾਲੇ ਵੋਟਰ ਨੂੰ ਪ੍ਰਭਾਵਿਤ ਕਰਦੀਆਂ ਨੇ ਤੇ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਵੀ ਇਸ ਢੰਗ ਦੀ VOTING ਹੋਈ ਹੈ ਤੇ ਉਹਦਾ ਕਿਹੜਾ ਫੈਕਟਰ, ਕਿਹੜਾ ਕਾਰਨ ਉਹਦੇ ਪਿੱਛੇ ਰਿਹਾ ਵਾ ਜਿਹਨੇ ਪ੍ਰਭਾਵਿਤ ਕੀਤਾ VOTING ਤੇ। ਇਸੇ ਆਧਾਰ ਤੇ ਆਪਾਂ ਅੱਗੋਂ ਗੱਲ ਕਰੀਏ ਤੇ ਵਿਚਾਰਾਤਮਕ ਵਚਨਬੱਧਤਾ ਭਾਵ ਇਹ ਹੈ ਆਈਡੀਓਲੋਜੀ ਨਾਲ ਲੋਕ ਕਮਿਟਡ ਨੇ। ਕਈ ਪਾਰਟੀਆਂ ਅਜਿਹੀਆਂ ਪਾਰਟੀਆਂ ਨੇ ਜਿਨ੍ਹਾਂ ਨਾਲ ਪੁਰਾਣੇ ਸਮੇਂ ਤੋਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ VOTING ਸ਼ੁਰੂ ਹੋਈ ਹੈ ਉਦੋਂ ਤੋਂ ਹੀ ਲੋਕ ਨੇ ਜਿਹੜੇ ਉਹਦੇ ਨਾਲ ਜੁੜੇ। ਜਿਵੇਂ ਕਾਂਗਰਸ ਪਾਰਟੀ ਜਿਹੀ ਪਾਰਟੀ ਹੈ ਜਿਹਦਾ ਸਪੋਰਟਰ ਤੁਹਾਨੂੰ ਹਰੇਕ ਖੇਤਰ, ਹਰੇਕ ਪਿੰਡ ਵਿੱਚ ਮਿਲ ਜਾਏਗਾ ਕਿਉਂਕਿ ਪੁਰਾਣੇ ਸਮੇਂ ਤੋਂ ਜਦੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਜਵਾਹਰ ਲਾਲ ਨਹਿਰੂ ਉਦੋਂ ਤੋਂ ਲੋਕ ਜਿਹੜੇ ਨੇ ਕਾਂਗਰਸ ਪਾਰਟੀ ਨਾਲ ਜੁੜੇ ਸੀ ਤੇ ਇੰਨੇ ਕਮਿਟਡ ਨੇ ਵੀ ਉਹਦੇ ਤੋਂ ਬਗੈਰ ਉਹ ਸੋਚ ਨਹੀਂ ਸਕਦੇ। ਸੋ ਇਹਨੂੰ ਵਿਚਾਰਾਤਮਕ ਵਚਨਬੱਧਤਾ ਕਹਿੰਦੇ ਨੇ ਵੀ ਜੋ ਮਰਜ਼ੀ ਉਹਨੇ ਕਹਿਣਾ ਆਪਾਂ ਵੋਟ ਜਿਹੜੀ ਹੈ ਕਾਂਗਰਸ ਨੂੰ ਪਾਣੀ ਹੈ। ਇਸੇ ਤਰ੍ਹਾਂ ਪੱਛਮੀ ਬੰਗਾਲ ਦੇ ਵਿੱਚ 24 ਸਾਲ ਪੱਛਮੀ ਵੈਸਟ ਬੰਗਾਲ 'ਚ 24 ਸਾਲ CPIM ਦਾ ਰਾਜ ਰਿਹਾ, ਕਮਿਊਨਿਸਟ ਪਾਰਟੀ ਦਾ ਰਾਜ ਰਿਹਾ ਤੇ ਲੋਕ ਨੇ ਜਿਹੜੇ ਉਹ ਸਮਝਦੇ ਸੀ ਵੀ ਕੁਝ ਵੀ ਹੋ ਜਾਏ ਆਪਾਂ ਵੋਟ ਜਿਹੜੀ ਹੈ CPIM ਨੂੰ ਪਾਣੀ ਹੈ, ਮਾਰਕਸਵਾਦੀ ਪਾਰਟੀ ਨੂੰ ਪਾਣੀ ਹੈ। ਸੋ ਮਾਰਕਸਵਾਦੀ ਵਿਚਾਰਧਾਰਾ ਨਾਲ ਇਸੇ ਤਰ੍ਹਾਂ ਲੋਕ ਜੁੜੇ ਰਹੇ ਸੀ। ਇਸੇ ਤਰ੍ਹਾਂ ਜਿਹੜੀਆਂ ਦੂਜੀਆਂ ਪੋਲੀਟੀਕਲ ਪਾਰਟੀਆਂ ਨੇ ਜਿਵੇਂ ਹੁਣ 1984 ਤੋਂ ਬਾਅਦ ਜਿਹੜੀਆਂ ਦਲਿਤ ਪਾਰਟੀਆਂ ਨੇ ਜਿਵੇਂ ਬਹੁਜਨ ਸਮਾਜ ਪਾਰਟੀ ਹੈ, ਲੋਕੀ ਉਹਦੇ ਨਾਲ ਜੁੜੇ ਸੀਗੇ ਤੇ ਵਿਚਾਰਾਤਮਕ ਵਚਨਬੱਧਤਾ ਕਰਕੇ ਜੁੜੇ ਸੀ ਤੇ ਉਸੇ ਆਧਾਰ ਤੇ ਲੋਕੀ ਡਾਕਟਰ BR ਅੰਬੇਦਕਰ ਦੀ ਵਿਚਾਰਧਾਰਾ ਨਾਲ, ਬਾਬੂ ਕਾਸ਼ੀ ਰਾਮ ਦੀ ਵਿਚਾਰਧਾਰਾ ਨਾਲ ਜੁੜ ਕੇ ਲੋਕ ਕਹਿੰਦੇ ਵੀ ਆਪਾਂ ਇਸੇ ਕਰਕੇ ਬਹੁਜਨ ਸਮਾਜ ਪਾਰਟੀ ਨੂੰ VOTING ਕਰਨੀ ਹੈ। ਇਸੇ ਤਰ੍ਹਾਂ ਜਿਹੜੀਆਂ ਵਿਚਾਰਾਤਮਕ ਵਚਨਬੱਧਤਾ ਹੈ ਉਹ ਪ੍ਰਭਾਵਿਤ ਕਰਦੀ ਹੈ
ਵੋਟਿੰਗ ਬਿਹੇਵੀਅਰ ਨੂੰ। ਸੋ ਪੱਛਮੀ ਬੰਗਾਲ 'ਚ ਜਦੋਂ ਆਪਾਂ ਗੱਲ ਕਰਦੇ ਹਾਂ ਤੇ CPI CPIM ਤੋਂ ਬਗੈਰ ਆਪਾਂ ਸੋਚ ਨਹੀਂ ਸਕਦੇ। ਹਾਲਾਂਕਿ ਹੁਣ ਉੱਥੇ TMC ਮਮਤਾ ਬਨਰਜੀ ਚੀਫ ਮਿਨਿਸਟਰ ਨੇ ਤੇ TMC ਦੀ ਸਰਕਾਰ ਹੈ, ਪਰ ਫਿਰ ਵੀ ਉੱਥੇ ਮਾਰਕਸਵਾਦੀ ਜਿਹੜੀਆਂ ਉਮੀਦਵਾਰ ਨੇ ਜਾਂ ਉਹਨਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸੋ ਇਸ ਕਰਕੇ ਵਿਚਾਰਾਤਮਕ ਵਚਨਬੱਧਤਾ ਪੰਜਾਬ ਵਿੱਚ ਸ਼ੁਰੂ ਤੋਂ ਜਿਹੜੇ ਸਿਆਣੇ ਬਜ਼ੁਰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਾਫੀ ਸਮੇਂ ਤੋਂ ਰਹੇ ਨੇ। ਇਸੇ ਕਰਕੇ ਪ੍ਰਕਾਸ਼ ਸਿੰਘ ਬਾਦਲ ਪੂਰੀ ਲਗਾਤਾਰ ਤੇ ਨਹੀਂ ਪਰ 5 ਵਾਰ ਚੀਫ ਮਿਨਿਸਟਰ ਰਹਿ ਪਾਏ, ਇਸੇ ਕਰਕੇ ਕਿਉਂਕਿ ਲੋਕਾਂ ਦੀ ਸਾਂਝ ਉਹਨਾਂ ਨਾਲ ਬਣ ਚੁੱਕੀ ਸੀ। ਸੋ ਵਿਚਾਰਾਤਮਕ ਵਚਨਬੱਧਤਾ ਉਹ ਢੰਗ ਹੈਗਾ ਵੀ ਜਿਹਦੇ ਨਾਲ ਲੋਕ ਨੇ ਜਿਹੜੇ ਜੁੜੇ ਰਹਿੰਦੇ ਨੇ ਤੇ ਇਹ ਇੱਕ ਬਹੁਤ ਵੱਡਾ ਫੈਕਟਰ ਹੈ VOTING ਬਿਹੇਵੀਅਰ ਦਾ। ਇਸ ਤੋਂ ਅੱਗੇ ਗੱਲ ਕਰੀਏ ਚੋਣ ਮਨੋਰਥ ਪੱਤਰ ਦੀ। ਚੋਣ ਮਨੋਰਥ ਪੱਤਰ ਇਲੈਕਸ਼ਨ ਮੈਨੀਫੈਸਟੋ ਨੂੰ ਅੰਗਰੇਜ਼ੀ ਚ ਕਹਿੰਦੇ ਆ। ਇਹ ਕੀ ਹੁੰਦਾ ਵਾ, ਜਦੋਂ ਇਲੈਕਸ਼ਨ ਹੁੰਦੀ ਹੈ ਤੇ ਇਲੈਕਸ਼ਨ ਤੋਂ ਪਹਿਲਾਂ ਹਰ ਪੋਲੀਟੀਕਲ ਪਾਰਟੀ ਆਪਣਾ ਪ੍ਰੋਗਰਾਮ ਦੱਸਦੀ ਹੈ, ਆਪਣਾ ਨੀਤੀਆਂ ਤੇ ਕਾਰਜਕ੍ਰਮ ਦੱਸਦੀ ਹੈ ਕਿ ਜੇਕਰ ਸਾਡੀ ਪਾਰਟੀ ਜਿੱਤੇਗੀ ਤੇ ਇਹ ਜਿਹੜੀਆਂ ਪਾਲਿਸੀਆਂ ਆਪਾਂ ਲਾਗੂ ਕਰਾਂਗੇ, ਇਹ ਕੁਝ ਆਪਾਂ ਕਰਾਂਗੇ। ਸੋ ਇਹਨੂੰ ਆਪਾਂ ਚੋਣ ਮਨੋਰਥ ਪੱਤਰ ਕਹਿੰਦੇ ਆ। ਜਦੋਂ ਵੋਟਰ ਉਹ ਚੋਣ ਮਨੋਰਥ ਪੱਤਰ ਵੋਟਰ ਦੇਖਦਾ ਵਾ ਤੇ ਉਹਦੇ 'ਚ ਬਹੁਤ ਜ਼ਿਆਦਾ ਅਜਿਹੇ ਵਾਅਦੇ ਹੁੰਦੇ ਨੇ ਜਿਹੜੇ ਵੋਟਰ ਜਿਹੜਾ ਵਾ ਉਹਨੂੰ ਪਸੰਦ ਆਉਂਦੇ ਨੇ ਤੇ ਇਸੇ ਕਰਕੇ ਵੀ ਇਹ ਹਾਲਾਂਕਿ ਉਹ ਇਮੀਡੀਏਟ ਫੈਕਟਰ ਹੁੰਦਾ ਵਾ, ਇਲੈਕਸ਼ਨ ਤੋਂ 10-15 ਦਿਨ ਪਹਿਲੇ ਉਹਦੇ ਸਾਹਮਣੇ ਆਉਂਦਾ ਵਾ ਚੋਣ ਮਨੋਰਥ ਪੱਤਰ। ਤੇ ਕਈ ਵਾਰ ਵੋਟਰ ਜਿਹੜਾ ਵਾ ਉਹ ਚੋਣ ਮਨੋਰਥ ਪੱਤਰ ਤੋਂ ਪ੍ਰਭਾਵਿਤ ਹੋ ਕੇ ਵੀ VOTING ਜਿਹੜੀ ਹੈ ਕਰਨਾ ਚਾਹੁੰਦਾ ਵਾ ਤੇ ਉਹਦੇ 'ਚ ਕਈ ਇਹੋ ਜਿਹੀਆਂ ਗੱਲਾਂ ਲਿਖੀਆਂ ਹੁੰਦੀਆਂ ਨੇ ਜਿਹੜੀਆਂ ਵੋਟਰ ਨੂੰ ਪ੍ਰਭਾਵਿਤ ਕਰਦੀਆਂ ਨੇ ਵੀ ਆਪਾਂ ਜੇ ਸਾਡੀ ਸਰਕਾਰ, ਕਈ ਵਾਰੀ ਕਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਕਿਹਾ, ਜਿਵੇਂ ਹੁਣੇ ਪੰਜਾਬ ਸਰਕਾਰ ਨੇ ਕਿਹਾ ਸੀ ਵੀ ਸਾਡੀ ਸਰਕਾਰ ਜਿੱਤੇਗੀ ਤੇ ਆਪਾਂ ਬੱਚਿਆਂ ਨੂੰ ਮੋਬਾਈਲ ਪ੍ਰਦਾਨ ਕਰਾਂਗੇ, ਉਹਨਾਂ ਚਲੋ ਮੋਬਾਈਲ ਦਿੱਤੇ ਵੀ, ਠੀਕ ਹੈ। ਫਿਰ ਚੋਣ ਮਨੋਰਥ ਪੱਤਰ ਚੋਣਾ ਕਹਿੰਦਾ ਵੀ ਆਪਾਂ ਰਾਮ ਮੰਦਿਰ ਬਣਾਵਾਂਗੇ, ਰਾਮ ਮੰਦਿਰ ਵੀ ਬਣ ਗਿਆ, ਨੀਂਹ ਪੱਥਰ ਰੱਖਿਆ ਗਿਆ। ਜੰਮੂ ਕਸ਼ਮੀਰ ਦੀ ਧਾਰਾ 370 ਖਤਮ ਕਰਾਂਗੇ, BJP ਨੇ ਕਿਹਾ ਸੀ, ਧਾਰਾ 370 ਖਤਮ ਵੀ ਕਰਤੀ। ਸੋ ਚੋਣ ਮਨੋਰਥ ਵਿੱਚ ਕੀਤੇ ਗਏ ਵਾਅਦੇ ਜਿਹੜੇ ਨੇ ਸਰਕਾਰਾਂ ਉਹ ਕੋਸ਼ਿਸ਼ ਕਰਦੇ ਨੇ ਪੂਰੇ ਕਰਨ ਦੀ, ਭਾਵੇਂ ਇਮੀਡੀਏਟ ਨਹੀਂ ਕੁਝ ਸਾਲ ਲੱਗ ਜਾਣ। ਸੋ ਇਲੈਕਸ਼ਨ ਮੈਨੀਫੈਸਟੋ ਜਿਹੜਾ ਵਾ ਵੋਟਰ ਲਈ ਇੱਕ ਬਹੁਤ ਵੱਡਾ ਫੈਕਟਰ ਹੁੰਦਾ ਵਾ ਉਹਨੂੰ ਪ੍ਰਭਾਵਿਤ ਕਰਨ ਵਾਸਤੇ। ਸੋ ਇਹਦੇ ਵਿੱਚ ਲਿਖੀਆਂ ਗਈਆਂ ਗੱਲਾਂ ਜੇਕਰ ਵਜਨਦਾਰ ਹੋਣ ਤੇ ਰੀਅਲਿਸਟਿਕ ਹੋਣ, ਜਿਹੜੀਆਂ ਲਾਗੂ ਹੋ ਸਕਦੀਆਂ ਤੇ ਜ਼ਰੂਰ ਵੋਟਰ ਪ੍ਰਭਾਵਿਤ ਹੁੰਦਾ ਹੈ। ਤੇ ਇਹ ਵੀ ਨਹੀਂ ਪ੍ਰਭਾਵਿਤ ਹੁੰਦਾ ਵੋਟ ਤੇ ਉਹ ਕਰ ਦਿੰਦਾ ਤੇ ਬਾਅਦ ਵਿੱਚ ਉਹ 5 ਸਾਲ ਉਹਦੀ ਮੰਗ ਵੀ ਕਰਦਾ ਵੀ ਤੁਸੀਂ ਕਿਹਾ ਸੀ ਤੇ ਹੁਣ ਇਸ ਮੰਗ ਨੂੰ ਪੂਰਾ ਵੀ ਕੀਤਾ ਜਾਏ। ਜ਼ਰੂਰੀ ਨਹੀਂ ਵੀ ਪੋਲੀਟੀਕਲ ਪਾਰਟੀ ਉਹ ਮੰਗਾਂ ਪੂਰੀਆਂ ਕਰਨ, ਪਰ ਉਹ ਇੱਕ ਬਹੁਤ ਵਧੀਆ ਢੰਗ ਜ਼ਰੂਰ ਹੁੰਦਾ ਇਲੈਕਸ਼ਨ ਮੈਨੀਫੈਸਟੋ ਦਾ ਜਿਹਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ। ਨੈਕਸਟ ਪੁਆਇੰਟ ਹੈਗਾ ਕ੍ਰਿਸਮਈ ਨੇਤਾ। ਕ੍ਰਿਸਮਈ ਨੇਤਾ ਪੋਲੀਟੀਕਲ ਪਾਰਟੀਆਂ 'ਚ ਵੱਖ-ਵੱਖ ਤਰ੍ਹਾਂ ਦੇ ਨੇਤਾ ਹੁੰਦੇ ਨੇ ਜਿਹੜੇ ਕਈ ਲੋਕ ਵੋਟਰ ਦੇ ਨਾਂ ਤੇ ਉਸ ਨੇਤਾ ਦੇ ਨਾਂ ਤੇ ਵੋਟਾਂ ਪ੍ਰਾਪਤ ਕਰਦੇ ਨੇ ਤੇ ਵੋਟਾਂ ਮਿਲ ਵੀ ਜਾਂਦੀਆਂ ਨੇ, ਇਲੈਕਸ਼ਨ ਜਿੱਤ ਵੀ ਜਾਂਦੇ ਆ। ਜਦੋਂ ਭਾਰਤ ਆਜ਼ਾਦ ਹੋਇਆ ਤੇ ਨਹਿਰੂ ਗਾਂਧੀ ਦਾ ਨਾਂ ਬਹੁਤ ਚੱਲਦਾ ਸੀਗਾ, ਸੋ ਇਸ ਕਰਕੇ ਸਭ ਤੋਂ ਪਹਿਲੇ ਨਹਿਰੂ ਦੇ ਨਾਂ ਤੇ ਵੋਟਾਂ ਪ੍ਰਾਪਤ ਕੀਤੀਆਂ ਗਈਆਂ, ਕਈ ਵਾਰ ਸਰਕਾਰ ਬਣਦੀ ਰਹੀ। ਫਿਰ ਇੰਦਰਾ ਗਾਂਧੀ ਦੇ ਨਾਂ ਤੇ, ਇੰਦਰਾ ਗਾਂਧੀ ਕ੍ਰਿਸਮਈ ਨੇਤਾ ਸੀ, ਉਹਦੇ ਨਾਂ ਤੇ ਵੋਟਾਂ ਪ੍ਰਾਪਤ ਕਰਦੇ ਰਹੇ ਨੇਤਾ। ਫਿਰ ਰਾਜੀਵ ਗਾਂਧੀ ਦੇ ਨਾਂ ਤੇ ਵੋਟਾਂ ਪ੍ਰਾਪਤ ਕਰਦੇ ਰਹੇ। ਉਸ ਤੋਂ ਬਾਅਦ ਪ੍ਰੈਜ਼ੈਂਟ ਸਮੇਂ 'ਚ ਜੇ ਸਭ ਤੋਂ ਵੱਧ ਕੋਈ ਲੀਡਰ ਪੈਦਾ ਹੋਇਆ ਜਾਂ ਜਿਹਦੇ ਨਾਲ ਜਿਹੜਾ ਕ੍ਰਿਸਮੈਟਿਕ ਲੀਡਰ ਸੀਗਾ, ਅਟਲ ਬਿਹਾਰੀ ਵਾਜਪੇਈ ਵੀ ਰਹੇ ਨੇ, ਪਰ ਨਰਿੰਦਰ ਮੋਦੀ ਦੇ ਨਾਂ ਤੇ ਜਿਹੜਾ ਅਬ ਕੀ ਵਾਰ ਮੋਦੀ ਸਰਕਾਰ ਭਾਵੇਂ ਹੈ ਵੀ ਨਰਿੰਦਰ ਮੋਦੀ ਦੇ ਨਾਂ ਤੇ ਉਹਦੇ ਨਾਂ ਦੀ ਵਰਤੋਂ ਕਰਕੇ ਬਹੁਤ ਸਾਰੀਆਂ ਜਿਹੜੀਆਂ ਇਲੈਕਸ਼ਨ ਜਿਹੜੀਆਂ ਨੇ ਸੀਟਾਂ ਪ੍ਰਾਪਤ ਕਰ ਗਈ BJP ਸਰਕਾਰ। ਉਹਨਾਂ ਨੇ ਪਹਿਲੇ ਫਰੰਟ ਤੇ ਆਂਦਾ ਵੀ ਆਪਾਂ ਨਰਿੰਦਰ ਮੋਦੀ ਦੇ ਤਿੱਖੇ ਤੇਵਰ ਹੋਣ ਕਰਕੇ ਉਹ ਪ੍ਰਧਾਨ ਮੰਤਰੀ ਬਣ ਪਏ। ਦੂਜੀ ਵਾਰ ਵੀ ਇਲੈਕਸ਼ਨ ਹੋਈ ਤੇ ਤਾਂ ਵੀ ਉਹਨਾਂ ਨੇ ਨਰਿੰਦਰ ਮੋਦੀ ਜੀ ਦਾ ਚਿਹਰਾ ਜਿਹੜਾ ਉਹਨੂੰ ਸਾਹਮਣੇ ਰੱਖਿਆ। ਸੋ ਇਹ ਨੇਤਾ ਦੇ ਕ੍ਰਿਸਮਈ ਗੁਣ ਹੁੰਦੇ ਨੇ ਜਿਹਦੇ ਕਰਕੇ ਲੋਕ ਜਿਹੜੇ ਨੇ ਉਹਨਾਂ ਦੇ ਭਾਸ਼ਣ ਤੋਂ, ਉਹਨਾਂ ਦੇ ਵਿਚਾਰਾਂ ਤੋਂ, ਉਹਨਾਂ ਦੀ ਕ੍ਰਿਸਮੈਟਿਕ ਪਰਸਨੈਲਿਟੀ ਤੋਂ ਪ੍ਰਭਾਵਿਤ ਹੋ ਕੇ ਵੋਟ ਦਿੰਦੇ ਨੇ। ਇਸੇ ਕਰਕੇ ਇਹਨਾਂ ਨੇਤਾਵਾਂ ਦੀਆਂ ਬਹੁਤ ਜ਼ਿਆਦਾ ਰੈਲੀਆਂ ਕਰਾਈਆਂ ਜਾਂਦੀਆਂ ਨੇ। 2019 ਤੋਂ ਪਹਿਲੇ ਨਰਿੰਦਰ ਮੋਦੀ ਹੁਣਾਂ ਦੀਆਂ 300 ਰੈਲੀ ਪੂਰੇ ਭਾਰਤ ਵਿੱਚ ਕਰਾਈ ਗਈ ਤਾਂ ਕਿ ਲੋਕ ਨੇ ਜਿਹੜੇ ਉਹਨਾਂ ਤੋਂ ਪ੍ਰਭਾਵਿਤ ਹੋ ਸਕਣ। ਇਸੇ ਕ੍ਰਿਸਮਈ ਗੁਣ ਕਰਕੇ ਨਰਿੰਦਰ ਮੋਦੀ ਹੁਣਾਂ ਨੂੰ ਵੱਖ-ਵੱਖ ਜਗ੍ਹਾ ਤੇ ਲਿਜਾਇਆ ਗਿਆ ਜਾਂ ਉਹਨਾਂ ਦੀ VOTING ਪ੍ਰਭਾਵਿਤ ਕੀਤੀ ਗਈ। ਸੋ ਇਸ ਕਰਕੇ ਕ੍ਰਿਸਮੈਟਿਕ ਗੁਣ ਜਿਹੜਾ ਵਾ ਕ੍ਰਿਸਮਈ ਨੇਤਾ ਦੇ ਜਿਹੜੇ ਗੁਣ ਨੇ, ਜਿਹੜੇ ਕ੍ਰਿਸਮੈਟਿਕ ਨੇਤਾ ਨੇ, ਇਹ ਵੀ VOTING ਬਿਹੇਵੀਅਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਨੇ। ਲੋਕ ਵੋਟ ਪਾਉਣ ਲੱਗਿਆਂ ਉਸ ਨੇਤਾ ਦਾ ਚਿਹਰਾ ਯਾਦ ਕਰਕੇ
ਉਹਨੂੰ ਪ੍ਰਧਾਨ ਮੰਤਰੀ ਅਸਿਊਮ ਕਰਕੇ ਜਾਂ ਮੁੱਖ ਮੰਤਰੀ ਜੇ ਇਲੈਕਸ਼ਨ ਹੋਏ ਤੇ ਉਹਨੂੰ ਅਸਿਊਮ ਕਰਕੇ ਤੇ ਲੋਕ VOTING ਕਰਦੇ ਨੇ। ਸੋ VOTING ਬਿਹੇਵੀਅਰ 'ਚ ਭਾਰਤ 'ਚ ਇਹ ਵੀ ਬਹੁਤ ਵੱਡਾ ਫੈਕਟਰ ਹੈਗਾ। ਨੈਕਸਟ ਹੈਗਾ ਧਨ ਦੀ ਵਰਤੋਂ। ਧਨ ਦੀ ਜਿਹੜੀ ਵਰਤੋਂ ਨਾ ਸ਼ਬਦ ਵਰਤ ਕੇ ਦੁਰਵਰਤੋਂ ਦੀ ਗੱਲ ਕਰੀਏ ਵੀ ਬਹੁਤ ਜ਼ਿਆਦਾ ਇਲੈਕਸ਼ਨ 'ਚ ਹੁੰਦੀ ਹੈ। ਹਾਲਾਂਕਿ ਚੋਣ ਕਮਿਸ਼ਨ ਨੇ ਇੱਕ ਲਿਮਟ ਦਿੱਤੀ ਹੁੰਦੀ ਹੈ ਇਲਾਕੇ ਦੇ ਹਿਸਾਬ ਨਾਲ ਵੀ ਇੰਨਾ ਪੈਸਾ ਤੁਸੀਂ ਆਪਣੀ ਚੋਣ ਦੇ ਪ੍ਰਚਾਰ ਵਿੱਚ ਖਰਚ ਕਰ ਸਕਦੇ ਹੋ, ਪਰ ਫਿਰ ਵੀ ਨੇਤਾ ਜਿਹੜੇ ਨੇ ਉਸ ਤੋਂ ਜ਼ਿਆਦਾ ਖਰਚ ਕਰਦੇ ਨੇ। ਵੋਟਰਾਂ ਨੂੰ ਹਰ ਢੰਗ ਨਾਲ ਲੁਭਾਉਣ ਦਾ, ਪ੍ਰਭਾਵਿਤ ਕਰਨ ਦਾ ਦੀ ਢੰਗ ਤੇ ਤਰੀਕਾ ਅਪਣਾਉਂਦੇ ਨੇ ਪ੍ਰਚਾਰ ਰਾਹੀਂ ਤੇ VOTING ਦੇ ਲਾਗੇ ਛਾਗੇ ਆ ਕੇ ਨਸ਼ੀਲੀਆਂ ਸ਼ਰਾਬ ਤੱਕ ਦੀ ਵਰਤੋਂ, ਵੰਡਣ ਦੀ ਵਰਤੋਂ ਜਾਂ ਲੋਕਾਂ ਨੂੰ ਪੈਸੇ ਵੰਡਣ ਤੱਕ ਵੀ ਚਲੇ ਜਾਂਦੇ ਨੇ। ਸੋ ਇਸ ਕਰਕੇ ਜਿਹੜਾ ਧਨ ਹੈ ਉਹਦੀ ਬਹੁਤ ਜ਼ਿਆਦਾ ਦੁਰਵਰਤੋਂ ਵੀ ਹੁੰਦੀ ਹੈ VOTING ਦੇ ਵਿੱਚ। ਇਹ ਵੀ ਫੈਕਟਰ ਹੈ ਜਿਹੜਾ ਬਹੁਤ ਵੱਡਾ ਫੈਕਟਰ ਹੈ ਜਿਹਨੂੰ ਜਿਹੜਾ ਪ੍ਰਭਾਵਿਤ ਕਰਦਾ ਵਾ VOTING ਬਿਹੇਵੀਅਰ ਨੂੰ। ਲੋਕਵਾਦੀ ਨਾਰੇ ਦਾ ਅਰਥ ਇਹ ਹੈ ਵੀ ਲੋਕਾਂ ਨੂੰ ਲੁਭਾਉਣ ਵਾਸਤੇ ਪੋਲੀਟੀਕਲ ਪਾਰਟੀਆਂ ਜਿਹੜੇ ਨਾਰੇ ਦੀ ਵਰਤੋਂ ਕਰਦੀਆਂ, ਕਈ ਵਾਰ ਉਹ ਨਾਰਾ ਵੀ ਜਨਤਾ ਦੇ ਮਾਈਂਡ ਨੂੰ ਪ੍ਰਭਾਵਿਤ ਕਰ ਜਾਂਦਾ ਤੇ VOTING ਬਿਹੇਵੀਅਰ ਵੋਟ ਕਰਨ ਲੱਗਿਆ ਜਿਹੜੇ ਲੋਕ ਨੇ ਜਿਹੜੀ ਉਹ ਸੋਚਣ ਲੱਗ ਪੈਂਦੇ ਨੇ। ਸੋ ਇਸ ਕਰਕੇ ਹਰ ਵਾਰ ਇਲੈਕਸ਼ਨ ਤੇ ਹਰ ਪਾਰਟੀ ਜਿਹੜੀਆਂ ਵੰਨ-ਸੁਵੰਨੇ ਨਾਰੇ ਬਣਾਉਂਦੀਆਂ ਨੇ। ਕਾਂਗਰਸ ਪਾਰਟੀ ਨੇ ਸ਼ੁਰੂ 'ਚ ਗਰੀਬੀ ਹਟਾਓ ਦਾ ਨਾਰਾ ਲਗਾਇਆ ਸੀਗਾ। ਹੁਣੇ ਨਰਿੰਦਰ ਮੋਦੀ ਹੁਣਾਂ ਨੇ ਹਰ ਘਰ ਮੋਦੀ ਦਾ ਨਾਰਾ ਲਗਾਇਆ ਸੀਗਾ, ਜਾਂ ਅੱਛੇ ਦਿਨ ਦਾ ਨਾਰਾ ਲਗਾਇਆ ਸੀ, ਠੀਕ ਆ, ਅੱਛੇ ਦਿਨ ਆਏਂਗੇ, ਠੀਕ ਹੈ ਜੀ। ਫਿਰ ਹੁਣੇ 2019 ਦੇ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਰਾਸ਼ਟਰਵਾਦ ਦਾ ਨਾਰਾ ਲਗਾਇਆ। ਇਸ ਤੋਂ ਪਹਿਲੇ ਸ਼ਾਈਨਿੰਗ ਇੰਡੀਆ ਦਾ ਨਾਰਾ ਸੀਗਾ। ਸੋ ਨਾਰੇ ਅਜਿਹੇ ਨੇ ਜਿਹੜੇ ਲੋਕਵਾਦੀ ਨੇ, ਜਿਹੜੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ ਤੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਨੇ। ਕਾਂਗਰਸ ਨੇ ਕਿਹਾ ਕਾਂਗਰਸ ਦਾ ਹਾਥ ਹਰ ਵਿਅਕਤੀ ਕੇ ਸਾਥ, ਜਾਂ BJP ਨੇ ਕਿਹਾ सबका साथ सबका विकास। सो ये ਜਿਹੜੇ ਲੋਕਵਾਦੀ ਨਾਰੇ ਨੇ ਇਹ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਵਰਤੇ ਜਾਂਦੇ ਨੇ ਤੇ ਲੋਕ ਕਈ ਵਾਰ ਇਹ ਨਾਰੇ ਤੋਂ ਪ੍ਰਭਾਵਿਤ ਹੋ ਕੇ ਵੋਟ ਕਰਦੇ ਨੇ। ਨਿੱਜੀ ਸੰਪਰਕ ਦਾ ਅਰਥ ਇਹ ਹੈ ਵੀ ਇਲੈਕਸ਼ਨ 'ਚ ਜਦੋਂ 24 ਘੰਟੇ ਪਹਿਲਾਂ ਜਦੋਂ ਚੋਣ ਪ੍ਰਚਾਰ ਬੰਦ ਕੀਤਾ ਜਾਂਦਾ ਤੇ ਜਿਹੜੇ ਨੇਤਾ ਨੇ ਉਹ ਲੋਕਾਂ ਦੇ ਘਰ ਜਾ ਕੇ ਗਰੀਬ ਲੋਕਾਂ ਦੇ ਮੰਜਿਆਂ ਤੇ ਜਾ ਕੇ ਬੈਠ ਜਾਣਗੇ, ਉਹਨਾਂ ਦੇ ਘਰ ਬੈਠ ਕੇ ਖਾਣਾ ਖਾਣ ਦੀ ਕੋਸ਼ਿਸ਼ ਕਰਨਗੇ, ਸਿਰਫ ਇਹ ਦੱਸਣ ਲਈ ਵੀ ਅਸੀਂ ਤੁਹਾਡੇ ਨਾਲ ਦੇ ਆ ਤੁਹਾਡੇ। ਸੋ ਆਪਣਾ ਪਰਸਨਲ ਸੰਪਰਕ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਵੀ ਮੈਂ ਚਾਹ ਵੇਚਦਾ ਰਿਹਾ ਵਾਂ, ਮੈਂ ਵੀ ਗਰੀਬ ਪਰਿਵਾਰ ਚੋਂ ਆ, ਤੇ ਇਸ ਕਰਕੇ ਆਮ ਲੋਕਾਂ ਨੂੰ ਆਪਣੇ ਨਾਲ ਜੋੜਨ ਤੇ ਨਿੱਜੀ ਸੰਪਰਕ ਦੇ ਨਾਲ ਵੀ ਲੋਕਾਂ ਕੋਲੋਂ VOTING ਪਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਨੈਕਸਟ ਹੈਗਾ ਤਤਕਾਲੀਨ ਮਸਲੇ ਅਜਿਹੇ ਮਸਲੇ ਨੇ ਜਿਹੜੇ ਮੌਕੇ ਤੇ ਇਲੈਕਸ਼ਨ ਦੇ ਦਰਮਿਆਨ ਕੋਈ ਘਟਨਾ ਹੋ ਜਾਂਦੀ ਹੈ ਤੇ ਉਹਦੇ ਦਰਮਿਆਨ ਵਿਰੋਧੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ 1971 ਦੀ ਇਲੈਕਸ਼ਨ ਸੀ, ਉਹਦੇ 'ਚ ਕੋਈ ਮਸਲਾ ਆ ਗਿਆ, ਉਹਦੇ ਤੇ ਜਿਵੇਂ ਪਾਕਿਸਤਾਨ ਨੇ ਹਮਲਾ ਕੀਤਾ ਉਹਦੀ ਵਰਤੋਂ ਕਰ ਲਈ, ਜਾਂ ਕੋਈ ਹੋਰ ਮਸਲਾ ਜਿਹੜਾ ਮੌਕੇ ਤੇ ਨਿਕਲ ਆਇਆ ਤੇ ਉਹਦੀ VOTING ਨਾਲ, ਜਿਵੇਂ 1991 ਜਦੋਂ ਰਾਜੀਵ ਗਾਂਧੀ ਦੀ ਹੱਤਿਆ ਕੀਤੀ ਹੋਈ ਹੈ ਤੇ ਉਦੋਂ ਜਿਹੜਾ ਕਾਂਗਰਸ ਪਾਰਟੀ ਨੇ ਉਹਨਾਂ ਦੀ ਸ਼ਹੀਦੀ ਦਾ ਉਹਨਾਂ ਨੇ ਸ਼ਹੀਦੀ ਕਹਿ ਕੇ ਤੇ ਉਹਨਾਂ ਨੂੰ ਉਹਦਾ ਲਾਭ ਪਹੁੰਚਿਆ ਤੇ ਬਹੁਤ ਜ਼ਿਆਦਾ VOTING ਉਹਨਾਂ ਦੀ ਫੇਵਰ 'ਚ ਹੋਈ ਹੈ। ਨਰਿੰਦਰ ਮੋਦੀ ਹੁਣ ਜਦੋਂ 2014 ਇਲੈਕਸ਼ਨ ਹੋਈ ਹੈ ਤੇ ਉਦੋਂ ਭ੍ਰਿਸ਼ਟਾਚਾਰ ਤੇ ਕਾਲਾ ਧਨ ਵਾਪਸ ਲਿਆਉਣ ਦੇ ਮੁੱਦੇ ਤੇ ਇਹਨਾਂ ਨੇ ਇਮੀਡੀਏਟ ਇਸ ਮਸਲੇ ਤੇ ਗੱਲ ਹੋਈ ਵੀ ਆਪਾਂ ਕਾਲਾ ਧਨ ਵਾਪਸ ਲਿਆਉਣਾ ਚਾਹੁੰਦੇ ਹਾਂ ਤੇ ਇਸ ਕਰਕੇ ਸਾਡੀ ਸਰਕਾਰ ਆਉਣੀ ਚਾਹੀਦੀ ਹੈ। ਸੋ ਇਹ ਤਤਕਾਲੀਨ ਅਜਿਹੇ ਮਸਲੇ ਹੁੰਦੇ ਨੇ ਜਿਹੜੇ ਵੋਟਰ ਨੂੰ ਉਸੇ ਵੇਲੇ ਪ੍ਰਭਾਵਿਤ ਕਰਦੇ ਨੇ ਤੇ ਇਹਦੇ ਨਾਲ VOTING ਬਿਹੇਵੀਅਰ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਸੋ ਪਿਆਰੇ ਵਿਦਿਆਰਥੀਓ, ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਵੀਡੀਓ ਦੇਖਣ ਲਈ। ਮੈਂ ਕੋਸ਼ਿਸ਼ ਕੀਤੀ ਹੈ VOTING ਬਿਹੇਵੀਅਰ ਯਾਨੀ ਕਿ ਮਤਦਾਨ ਵਿਵਹਾਰ ਦੇ ਟੌਪਿਕ ਨੂੰ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਆਸ ਹੈ ਇਹਨਾਂ ਫੈਕਟਰ ਦੀ ਸਟੱਡੀ ਦੇ ਨਾਲ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਲੋਕ ਜਿਹੜੇ ਨੇ ਉਹ ਆਪਣੀ ਵੋਟ ਦੀ ਵਰਤੋਂ ਕਿਵੇਂ ਕਰਦੇ ਨੇ ਤੇ ਕਿਵੇਂ ਬਾਅਦ ਵਿੱਚ ਸਰਕਾਰਾਂ ਬਣਦੀਆਂ ਨੇ, ਤੇ ਇਹਨੂੰ ਤੁਸੀਂ ਆਪਣੀ ਸਟੱਡੀ ਦਾ ਆਧਾਰ ਬਣਾ ਸਕਦੇ ਹੋ ਤੇ ਇਸ ਟੌਪਿਕ ਦੀ ਸਟੱਡੀ ਤੁਸੀਂ ਕਰ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ। ਥੈਂਕ ਯੂ।